ਸਿਆਣੇ ਕਹਿੰਦੇ ਵੀ ਨੀਂਦ ਨਾ ਦੇਖੇ ਬਿਸਤਰਾ ਤੇ ਭੁੱਖ ਨਾ ਦੇਖੇ ਮਾਸ, ਮੌਤ ਨਾ ਦੇਖੇ ਉਮਰ ਨੂੰ ਤੇ ਇਸ਼ਕ ਨਾ ਦੇਖੇ ਜ਼ਾਤ। ਵੀ ਇਹ ਸਾਰਾ ਕੁਝ ਕੀ ਆ? ਦੁਨੀਆਦਾਰੀ। ਹਮ, ਇਹ ਸਾਰਾ ਕੁਝ ਨਿਭਾਉਣਾ ਪੈਣਾ ਇੱਥੇ। ਬੰਦਾ ਨਾ ਆਪਣੀ ਮਰਜ਼ੀ ਨਾਲ ਆਇਆ, ਨਾ ਆਪਣੀ ਮਰਜ਼ੀ ਨਾਲ ਜਾਣਾ। ਸਿਆਣੇ ਕਹਿੰਦੇ ਆ ਵੀ ਜਿੱਦਾਂ ਖੂਹ 'ਚ ਡਿੱਗੀ ਇੱਟ ਸੁੱਕੀ ਨਹੀਂ ਆਂਦੀ, ਵੀ ਇਹ ਗਲ ਪਿਆ ਢੋਲ ਵਜਾਣਾ ਪੈਣਾ। ਬੰਦਾ ਹੱਸਦਾ ਵੀ ਆਪਦੀ ਮਰਜ਼ੀ ਨਾਲ ਨਹੀਂ, ਰੋਂਦਾ ਵੀ ਆਪਦੀ ਮਰਜ਼ੀ ਨਾਲ ਨਹੀਂ। ਹਾਲਾਤ ਇਹਨੂੰ ਹਸਾਉਂਦੇ, ਹਾਲਾਤ ਇਹਨੂੰ ਰਵਾਉਂਦੇ। ਮੇਰੇ ਸੱਜਣ ਮਿੱਤਰ ਬੇਲੀਆਂ ਭਰਾਵਾਂ ਸਾਰਿਆਂ ਨੂੰ ਸਲਾਮ ਅਲੈਕਮ ਤੇ ਚੜ੍ਹਦੇ ਪੰਜਾਬ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਸਾਡੇ ਕੋਲ ਐਸੇ ਸ਼ਖਸ ਮੌਜੂਦ ਨੇ ਜਿਹੜੇ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਜਿੰਨੇ ਵੀ ਪੰਜਾਬੀ ਨੇ ਉਹ ਹਰ ਬੰਦਾ ਐਵੇਂ ਨੂੰ ਜਾਣਦਾ। ਅਸਲਾਮ ਅਲੈਕਮ ਭਾਈ ਜਾਨ। ਵਾਲੇਕੁਮ ਸਲਾਮ ਸਰ ਕੀ ਹਾਲ ਚਾਲ ਹੈ? ਜੀ, ਠੀਕ ਠਾਕ ਜੀ। ਸਰ ਜੀ ਸਭ ਤੋਂ ਪਹਿਲੇ ਤਾਂ ਤੁਹਾਡਾ ਬਹੁਤ ਬਹੁਤ ਮਿਹਰਬਾਨੀ, ਤੁਸੀਂ ਸਾਨੂੰ ਟਾਈਮ ਦਿੱਤਾ ਅੱਜ। ਨਹੀਂ ਜੀ, ਤੁਹਾਡੀ ਮਿਹਰਬਾਨੀ। ਮੈਂ ਕਹਿੰਦਾ ਤੁਸੀਂ ਸਾਨੂੰ ਇੱਜ਼ਤ ਦਿੱਤੀ ਆ, ਆਪਦੇ ਕੈਮਰੇ ਵਿੱਚ ਸਾਨੂੰ ਲਿਆ, ਸਾਨੂੰ ਗੱਲਬਾਤ ਦਾ ਮੌਕਾ ਦਿੱਤਾ। ਜਿਉਂਦੇ ਵਾਸਤੇ ਰਹੋ ਜੀ, ਬਹੁਤ ਚੰਗਾ ਲੱਗਾ ਜੀ। ਸਰ ਜੀ ਜੇ ਸਾਡੇ ਪੰਜਾਬੀ ਹੈ ਨਾ, ਹਾਂਜੀ, ਇਹਨਾਂ ਦੀ ਇੱਕ ਖੁਆਇਸ਼ ਹੈ ਕਿ ਅਸੀਂ ਪੁੱਛੀਏ ਕਿ ਅੰਜਮ ਭਾਈ ਅਸਲ ਜ਼ਿੰਦਗੀ 'ਚ ਕੀ ਆ, ਅੰਜਮ ਸਰੋਇਆ ਹੈ ਕੀ ਚੀਜ਼ ਆ? ਇਹ ਕੈਮਰੇ ਦੇ ਪਿੱਛੇ ਤੇ ਰੀਅਲ ਲਾਈਫ ਦੇ ਵਿੱਚ ਹਾਂ, ਅੰਜਮ ਸਰੋਇਆ ਹੈ ਕੌਣ? ਇਹਨੂੰ ਦੱਸੋ ਕੋਈ MBBS ਡਾਕਟਰ ਆ ਵੀ ਉਹ ਕੈਮਰੇ ਵਿੱਚ ਵੀ ਆਪਾਂ ਕਿਸਾਨ ਆ ਤੇ ਮਗਰ ਵੀ ਕਿਸਾਨ ਆ, ਜ਼ਿਮੀਦਾਰਾਂ ਦੇ ਪੁੱਤ ਆਪਾਂ। ਹਰ ਚੀਜ਼ ਆਪਣੀ ਜ਼ਿੰਮੇਦਾਰ ਹੀ ਆ ਅੱਜ ਕੱਲ੍ਹ। ਹਾਂ, ਮਾਲ ਡੰਗਰ ਰੱਖਿਆ, ਕੋਈ 5-7 ਮੱਝਾਂ, ਕੋਈ 5-7 ਗਾਵਾਂ, ਤੇ ਨਾਲ ਆਪਣਾ ਕੋਈ ਬਾਈ ਬੀਜੀ ਹੈ। ਇਹ ਆਪਣਾ ਧੰਦਾ। ਤੇ ਇੱਕ ਕਿਸਾਨ ਜ਼ਿਮੀਦਾਰ ਉਹ YouTube ਤੇ ਕਿੱਦਾਂ ਆ? ਉਹ ਦੱਸੀ ਮੈਂ ਗੱਲ ਕਈ ਵਾਰੀ ਵੀ ਉਹ ਮੈਂ ਕਹਿ ਲਓ ਵੀ ਪੁੱਜ ਕੇ ਨਹੀਂ ਆਇਆ, ਬਈ ਆਪਦੀ ਮਰਜ਼ੀ ਨਾਲ। ਮੈਂ ਰੱਬੀ ਸਬੱਬੀ ਇੱਕ ਵੀਡੀਓ ਬਣਾਈ ਸੀ ਅੱਛਾ। ਕਟਿਆਂ ਦੀ, ਤੇ ਉਹ ਕਾਮਯਾਬ ਹੋ ਗਈ। ਇੱਦਾਂ ਮੈਂ ਆ ਗਿਆ ਬਸ। ਫਿਰ ਮੈਂ ਹਜੇ ਤੱਕ ਤਾਂ ਹਾਂ। ਤੇ ਹੁਣ ਆਪਾਂ ਨੂੰ ਕਿੰਨੇ ਕੁ ਸਾਲ ਹੋ ਗਏ ਇਸ ਆਪਣੀ ਮਾਂ ਬੋਲੀ ਜ਼ੁਬਾਨ ਦੀ ਖਿਦਮਤ ਕਰਦਿਆਂ ਹੋਇਆਂ, ਪੰਜਾਬੀ ਨੂੰ ਪ੍ਰਮੋਟ ਕਰਦਿਆਂ ਹੋਇਆਂ? ਇਹ ਜੀ ਮੈਂ ਤਾਂ ਇਹ ਵੀ ਨਹੀਂ ਕਹਿ ਸਕਦਾ ਵੀ ਮੈਂ ਮਾਂ ਬੋਲੀ ਦੀ ਖਿਦਮਤ ਕਰਦਾ। ਇਹ ਤਾਂ ਰੱਬ ਦੀ ਜ਼ਾਤ ਲੈ ਰਹੀ ਹੈ ਖਿਦਮਤ। ਇਹ ਤਾਂ ਹੈ ਜੀ। ਹਾਂਜੀ, ਉਹਨੇ ਵਸੀਲਾ ਬਣਾਇਆ, ਸਬੱਬ ਬਣਾਇਆ, ਤੇ ਮਾਂ ਬੋਲੀ ਦੀ ਖਿਦਮਤ ਕਰਾਤੀ ਸਾਡੇ ਤੋਂ। ਕਰਾਤੀ। ਹਾਂ, ਅਸੀਂ ਤਾਂ ਇੰਨੀ ਜੋਗੇ ਹੈ ਹੀ ਨਹੀਂ ਸੀ। ਇਹ ਤਾਂ ਹੈ ਜੀ। ਹਾਂਜੀ, ਤੇ 2 ਸਾਲ ਹੋ ਗਏ ਕੈਮਰੇ ਅੱਗੇ ਆਏ ਨੂੰ। ਤੇ ਨਹੀਂ ਉਹ ਕਹਿੰਦੇ ਨਾ ਕਿ ਇੱਕ ਕਿਸਾਨ, ਇੱਕ ਜ਼ਿਮੀਂਦਾਰ ਨੂੰ ਕੈਮਰੇ ਅੱਗੇ ਆਉਣਾ ਥੋੜਾ ਮੁਸ਼ਕਿਲ ਹੁੰਦਾ। ਨਹੀਂ ਹੈ, ਇਹ ਤਾਂ ਗੱਲ ਹੈ, ਇੱਦਾਂ ਹੀ ਆ। ਸਾਡੇ ਪਿੰਡਾਂ ਦੇ ਵਿੱਚ ਨਾ ਇਹ ਬਹੁਤੇ ਬੰਦੇ ਇਸ ਸ਼ੈ ਨੂੰ ਚੰਗਾ ਵੀ ਨਹੀਂ ਜਾਣਦੇ, ਤੇ ਮੈਨੂੰ ਵੀ ਬੜੀ ਸ਼ਰਮਸਾਰੀ ਵੀ ਹੋਈ ਸ਼ੁਰੂ 'ਚ। ਤੇ ਉਂਝ ਕਹਿਣ ਵਾਲੇ ਕਹਿੰਦੇ ਵੀ ਰਹੇ ਵੀ ਯਾਰ ਚੰਗਾ ਭਲਾ ਤੂੰ ਜੱਟਾਂ ਦਾ ਬਾਲ ਕਿਹੜੇ ਕੰਮ ਨੂੰ ਕਿਹੜੇ ਪੈ ਕੰਮ ਪੈ ਗਿਆ। ਤੇ ਪਰ ਵਿੱਚੋਂ ਸ਼ਾਬਾਸ਼ ਦੇਣ ਵਾਲੇ ਵੀ ਹੁੰਦੇ। ਹਾਂਜੀ। ਉਹ ਜਿਹੜੀ ਮੈਂ ਗੱਲ ਕਰੀ ਸੀ ਨਾ, ਗੱਲ ਸੱਚੀ ਕਰੀ ਸੀ। ਬੰਦੇ ਕਹਿੰਦੇ ਵੀ ਤੂੰ ਗੱਲ ਚੰਗੀ ਕਰੀ, ਗੱਲ ਸੱਚੀ ਕਰੀ, ਵੀ ਤੂੰ ਚਾਲੂ ਰੱਖ, ਚੱਲ ਰਿਹਾ। ਤੂੰ ਗੱਲ ਹੋਰ ਕਰ ਇੱਦਾਂ। ਤੇ ਬਾਕੀ ਇਹ ਆਉਣਾ ਪੈਣਾ ਕੈਮਰੇ ਅੱਗੇ। ਜਿਹੜੇ ਸਾਡੇ ਪਿੰਡਾਂ ਦੇ ਧੀ ਪੁੱਤ ਆ ਨਾ, ਹਾਂਜੀ। ਉਹ ਆਉਣਗੇ ਨਾ ਕੈਮਰੇ 'ਚ, ਤਾਂ ਗੱਲ ਬਣੂਗੀ। ਇੱਦਾਂ ਹੀ। ਹਾਂ, ਇਹ ਆਉਣਾ ਪੈਣਾ। ਹੁਣ ਕੈਮਰੇ ਪਿੱਛੇ ਤਾਂ ਰਹਿ ਕੇ ਬਥੇਰਾ ਦੇਖ ਲਿਆ, ਹੁਣ ਅੱਗੇ ਆ ਕੇ ਵੀ ਦੇਖੋ। ਕਿਉਂ ਸਾਡੀ ਸੁਣਵਾਈ ਕੋਈ ਨਹੀਂ ਨਾ ਹੈ। ਜੇ ਸਾਡੇ ਧੀ ਪੁੱਤਰ ਪਿੰਡਾਂ ਦੇ ਜਿਹੜੇ ਉਹ ਬੋਲਣਗੇ ਨਾ ਜਦੋਂ, ਹਾਂਜੀ। ਫਿਰ ਜਾ ਕੇ ਕਾਮਯਾਬੀ, ਫਿਰ ਸਾਡੀ ਕੋਈ ਸੁਣੂਗਾ। ਇਹ ਤਾਂ ਤੇ ਹੈ। ਇਨਸ਼ਾਅੱਲਾ ਉਹ ਦਿਨ ਦੂਰ ਨਹੀਂ ਹੈ। ਇਨਸ਼ਾਅੱਲਾ ਜੀ। ਹਾਂਜੀ, ਕਿਸਾਨਾਂ ਦੀ ਬੱਲੇ ਬੱਲੇ ਹੋਊਗੀ। ਨਹੀਂ ਫਿਲਹਾਲ ਤੇ ਇਸ ਟਾਈਮ ਤੁਸੀਂ ਵੀ ਕਿਸਾਨ ਹੋ, ਹਾਂਜੀ, ਇਸ ਟਾਈਮ ਤੇ ਬਹੁਤ ਮਾੜੇ ਹਾਲਾਤ ਨੇ ਕਿਸਾਨਾਂ ਦੇ। ਹਾਂ, ਇਸ ਟਾਈਮ ਹੈ ਉਹ ਇੱਦਾਂ ਔਖਾ ਟਾਈਮ ਚੱਲ ਰਿਹਾ ਵੀ ਜਿਹੜੇ ਜ਼ਿਮੀਂਦਾਰ ਦੀਆਂ ਨਾ 4 ਫਸਲਾਂ ਉੱਤੇ ਹੇਠ ਖਰਾਬ ਹੋ ਜਾਣ, ਹੋ ਜਾਣ। ਤੇ 4 ਵੱਡੀਆਂ ਫਸਲਾਂ। ਤੇ ਸਾਡੇ ਤਾਂ ਇਦਾਂ ਹੀ ਜਿਵੇਂ ਧੀਆਂ ਪੁੱਤਰਾਂ ਤਰ੍ਹਾਂ ਹੁੰਦੀ ਫਸਲ ਹਾਂਜੀ, ਸਾਰੀ ਗੱਲ ਹੈ। ਹੈ। ਸਿਆਣੇ ਕਹਿੰਦੇ ਸੀਗੇ ਵੀ ਆਪਣੀ ਫਸਲ 'ਚ ਕੋਈ ਬੰਦਾ ਗੇੜਾ ਮਾਰੇ, ਫਸਲ ਵੀ ਖੁਸ਼ ਹੁੰਦੀ ਹੁੰਦੀ। ਵੀ ਮੇਰਾ ਮਾਲਕ ਆਇਆ। ਆਇਆ। ਜਿਵੇਂ ਕਿਸੇ ਡੰਗਰ ਨੂੰ ਥਾਪੀ ਨਹੀਂ ਦਿੰਦੇ ਤੇ ਉਹ ਡੰਗਰ ਖੁਸ਼ ਹੁੰਦਾ, ਖੁਸ਼ ਹੁੰਦਾ। ਹਾਂਜੀ। ਇਦਾਂ ਹੀ ਫਸਲ ਬਾੜੀ ਵੀ ਹੈ। ਅਸੀਂ ਤਾਂ ਧੀਆਂ ਪੁੱਤਰਾਂ ਤਰ੍ਹਾਂ ਇਹਨਾਂ ਨੂੰ ਪਾਲਦੇ ਹਾਂ ਫਸਲਾਂ ਨੂੰ। ਤੇ 4 ਵੱਡੀਆਂ ਫਸਲਾਂ ਸਾਡੀਆਂ ਖਰਾਬ ਹੋਈਆਂ, ਤੇ ਸਾਡੀ ਕਿਸੇ ਨੇ ਜਾਤ ਨਹੀਂ ਪੁੱਛੀ। ਇਹ ਨਹੀਂ ਪੁੱਛਿਆ ਵੀ ਤੁਹਾਨੂੰ ਯਾਰ ਕੋਈ ਸ਼ਾਇਦ ਚਾਹੀਦੀ ਆ, ਤੁਹਾਡਾ ਕੀ ਬਣਿਆ। ਕਿਸੇ ਸਰਕਾਰ ਨੇ, ਕਿਸੇ ਨੇ ਕੋਈ ਨਹੀਂ ਬਾਤ ਪੁੱਛੀ। ਨਹੀਂ ਤੇ ਆਪਾਂ ਇਹਦੇ ਵਾਸਤੇ ਕੋਈ ਆਵਾਜ਼ ਨਹੀਂ ਚੱਕੀ। ਜਿਹੜਾ ਤੁਸੀਂ ਨਾਂ ਲਿਆ ਨਾ, ਸਾਡੇ ਇੱਥੇ ਜਿਹੜਾ ਬਣਿਆ ਇਹ ਕਿਸਾਨਾਂ ਦੀਆਂ ਤਨਜ਼ੀਮਾਂ ਬਣੀਆਂ, ਹਾਂਜੀ। ਮੈਨੂੰ ਅੱਜ ਤੱਕ ਉਹਨਾਂ ਦੀ ਸਮਝ ਨਹੀਂ ਆਈ। ਹੁਣ ਕਹਿਣਗੇ ਵੀ ਗਿਲਾ ਕਰਦਾ ਸਾਡਾ, ਵੀ ਜਦੋਂ ਸਾਨੂੰ ਉਹਨਾਂ ਦੀ ਲੋੜ ਹੁੰਦੀ ਹੈ ਉਦੋਂ ਉਹ ਦਿਸਦੇ ਹੀ ਨਹੀਂ ਕਿਤੇ ਨਹੀਂ ਹੈ ਇੱਦਾਂ ਹੀ। ਕਿਸੇ ਪਾਸੇ। ਜਦੋਂ ਆ ਕਣਕ ਵਾਲਾ ਡਰਾਮਾ ਹੋਇਆ, ਹਾਂਜੀ। ਫਿਰ ਤੁੱਕ ਨਹੀਂ ਬਣਦਾ ਸੀ, ਸਾਰੀਆਂ ਇਕੱਠੀਆਂ ਹੁੰਦੀਆਂ ਜਿੰਨੇ ਕਿਸਾਨ ਦੇ ਵੋਟ ਬਣੇ ਹਾਂਜੀ। ਹੈ, ਫਿਰ ਰਲ ਕੇ ਉਸ ਟਾਈਮ ਤਾਂ ਉਹ ਦਿਸਦੇ ਕੋਈ ਨਹੀਂ। ਤੇ ਜਦੋਂ ਹੁਣ ਪਿੱਛੇ ਜੇ ਗੱਲ ਵੀ ਕੋਈ ਨਹੀਂ ਸੀਗੀ,
ਸਾਨੂੰ ਕਿਸੇ ਨੇ ਪੁੱਛਿਆ ਨਾ ਦੱਸਿਆ ਹੋਵੇ, ਕਹਿੰਦੇ ਜੀ ਅਸੀਂ ਟਾਈਮ ਬਣਾ ਲਿਆ ਤੇ ਧਰਨਾ ਦੇਣਾ। ਅੱਛਾ ਚਲੋ ਠੀਕ ਆ, ਦਿਓ ਧਰਨਾ। ਉਹ ਵਿੱਚੋਂ ਕਿਸਾਨ ਉੱਦਾਂ ਨਿਕਲੇ ਨਹੀਂ ਜਿਵੇਂ ਨਿਕਲਣਾ ਚਾਹੀਦਾ ਸੀ। ਅਸੀਂ ਵੀ ਵੀਡੀਓ ਪਾਈਆਂ ਸੀ, ਕਿਹਾ ਵੀ ਬਥੇਰਾ ਸੀ, ਤੇ ਪਰ ਜਦੋਂ ਇੱਥੇ ਆਉਂਦੇ ਆ ਗਾਹਾਂ ਪਤਾ ਨਹੀਂ ਕੀ ਹਕੂਮਤ ਨੇ ਇਹਨਾਂ ਦੀ ਗੱਲਬਾਤ ਗਿੱਟ-ਮਿੱਟ ਹੁੰਦੀ ਹੈ, ਫਿਰ ਸਾਨੂੰ ਪਤਾ ਵੀ ਨਹੀਂ ਲੱਗਦਾ ਧਰਨਾ ਮੁੱਕਦਾ ਕਿ ਕਿੱਦਾਂ ਦੇ 1 ਮਿੰਟ ਲੱਗਦਾ ਮੁੱਕਣ ਨੂੰ। ਇੱਦਾਂ ਹੀ ਇਹਦੀ ਨਾ ਸਭ ਤੋਂ ਵੱਡੀ ਮਿਸਾਲ ਹੈਗੀ ਹੈ ਚੜ੍ਹਦੇ ਪੰਜਾਬ ਵਾਲੇ। ਹਾਂਜੀ ਉਹ ਉੱਥੇ 6-6 ਮਹੀਨੇ 7-7 ਮਹੀਨੇ ਧਰਨਾ ਲਾ ਕੇ ਉੱਥੇ ਬੈਠੇ ਹੁੰਦੇ ਆ, ਆਪਣਾ ਹੱਕ ਤਾਂ ਉੱਥੋਂ ਲੈ ਕੇ ਜਾਂਦੇ ਆ, ਮਗਰ ਆਪਣੇ ਜਿਹੜੇ ਇੱਧਰਲੇ ਕਿਸਾਨ ਹੈ ਆਪਣੇ ਹੱਕ ਵਾਸਤੇ ਕਿਉਂ ਨਹੀਂ ਬੋਲਦੇ? ਸਾਡੇ ਨਾਲ ਹੋਈ ਇਹ ਜਿਹੜੀ ਕਿਸਾਨ ਦੇ ਜਿਹੜੇ ਸਾਡੇ ਬਣਾਏ ਸੀ ਨਾ ਚੇਅਰਮੈਨ, ਹੁਣ ਦੀ ਮੈਂ ਇੱਕ ਦੀ ਗੱਲ ਨਹੀਂ ਕਰਦਾ, ਮੈਂ ਸਾਰਿਆਂ ਦੀ ਗੱਲ ਕਰਦਾ, ਜਿੰਨੇ ਵੀ ਹੁਣ ਤੱਕ ਬਣੇ ਆ ਉਹ ਕਿਸਾਨਾਂ ਨਾਲ ਕੋਈ ਮੁਖਲਸ ਹੈ ਨਹੀਂ ਸੀ, ਫਿਰ ਇਹ ਕੰਮ ਹੋਣਾ ਹੀ ਸੀ। ਜਿਹੜੇ ਚੜ੍ਹਦੇ ਪੰਜਾਬ 'ਚ ਹੋਇਆ ਸੀ ਨਾ ਆ ਜਿਹੜਾ ਧਰਨਾ ਹੋਇਆ ਜੋ ਵੀ, ਉਹਦੇ 'ਚ ਜਿਹੜਾ ਹਰ ਕਿਸਾਨ ਧਰਨੇ ਵਿੱਚ ਆਇਆ ਸੀ ਨਾ, ਉਹ ਸਮਝ ਲਓ ਵੀ ਉਹੀ ਹਰ ਬੰਦਾ ਹੀ ਚੇਅਰਮੈਨ ਸੀ, ਹਰ ਬੰਦੇ ਦੀ ਗੱਲ ਸੀ। ਉਹ ਆਪਣੇ ਮਨ ਤੋਂ ਆਏ ਸੀ, ਆਪਣੀ ਗੱਲ ਲੈ ਕੇ ਵੀ ਇਹ ਮੁੱਦੇ ਕਬੂਲ ਹੋਣਗੇ ਤਾਂ ਅਸੀਂ ਜਾਵਾਂਗੇ। ਇਸਲਾਮਾਬਾਦ ਵਾਲਾ ਜਿਹੜਾ ਧਰਨਾ ਹੋਇਆ ਸੀ, ਹਾਂਜੀ, ਉਹਦਾ ਅੱਜ ਤੱਕ ਕਿਸੇ ਨੂੰ ਪਤਾ ਲੱਗਿਆ ਵੀ ਉਹ ਕੀ? ਜਿਹੜੇ ਧਰਨੇ ਦੇ ਵਿੱਚ ਬੈਠੇ ਆ ਉਹਨਾਂ ਨੂੰ ਕਿਸੇ ਨੇ ਨਹੀਂ ਪੁੱਛਿਆ ਉੱਠਣ ਲੱਗੇ। ਜਿਹੜੇ ਆਪਣੇ ਕਿਸਾਨ ਆ ਤੇ ਜੇ ਆਪਣੇ ਹੱਕ ਵਾਸਤੇ ਨਹੀਂ ਬੋਲਣਗੇ ਤੇ ਆਪਣੇ ਹੱਕ ਵਾਸਤੇ ਬਾਹਰ ਨਹੀਂ ਨਿਕਲਣਗੇ ਤੇ ਇਹਨਾਂ ਨੂੰ ਹੱਕ ਕਿੱਦਾਂ ਮਿਲੂਗਾ? ਨਹੀਂ, ਉਹ ਗੱਲ ਤੁਹਾਡੀ ਠੀਕ ਆ, ਇਹ ਬਾਹਰ ਨਿਕਲਣਾ ਪੈਣਾ, ਬਾਹਰ ਤਾਂ ਨਿਕਲਣਾ ਪੈਣਾ। ਇੱਦਾਂ ਘਰੇ ਬਹਿ ਗਏ ਸਿਆਣੇ ਕਹਿੰਦੇ ਆ ਵੀ ਜਿਹੜਾ ਨਿਆਣਾ ਰੋਵੇ ਨਾ ਉਹ ਮਾਂ ਦੁੱਧ ਵੀ ਨਹੀਂ ਦਿੰਦੀ। ਸਕੀ ਮਾਂ ਦੀ ਗੱਲ ਕਰਦਾ, ਇਹ ਤਾਂ ਮਤਈਆਂ ਤੋਂ ਵੀ ਪਰ ਇਹਨਾਂ ਨੇ ਸਾਨੂੰ ਕਿੱਦਾਂ ਦੇ ਦੇਣਾ ਬਗੈਰ ਰੋਇਆ? ਇਹ ਪਿੱਟਣਾ ਤਾਂ ਪੈਣਾ, ਘਰੋਂ ਨਿਕਲਣਾ ਪੈਣਾ। ਤੇ ਪਰ ਸਾਡੇ ਕੋਈ ਇੱਦਾਂ ਕੋਈ ਇੱਕ ਹੋ ਕੇ ਨਿਕਲੀਏ, ਕੋਈ ਚੌਧਰੀ ਨਾ ਹੋਵੇ, ਸਾਰੇ ਕਿਸਾਨ ਸਾਰੇ ਹੀ ਚੌਧਰੀ ਆ, ਵੀ ਹਰ ਬੰਦਾ ਕਵੇ ਵੀ ਬਸ ਇਕੱਠੀ ਗੱਲ ਕਰਾਂਗੇ, ਉੱਥੇ ਸਾਰਿਆਂ ਦੇ ਸਾਹਮਣੇ ਗੱਲ ਹੋਊਗੀ ਜਿਹੜੀ ਵੀ ਹੋਊਗੀ, ਵੀ ਫਿਰ ਕੋਈ ਨਿਕਲਣ। ਪਰ ਹਜੇ ਲੱਗਦਾ ਨਹੀਂ ਵੀ ਇਹ ਨਿਕਲਣਗੇ, ਐਡਾ ਐਡਾ ਔਖਾ ਟਾਈਮ ਵੀ ਇਹ ਭੋਗ ਗਏ। 6 ਮਹੀਨਿਆਂ ਦੀ ਫਸਲ ਆਪਾਂ ਲੈਂਦੇ ਹਾਂ ਤੇ ਆ ਕੇ ਕੁਛ ਇਹਦੇ ਵਿੱਚੋਂ ਬਚਦਾ ਵੀ ਹੈ ਕਿ ਨਹੀਂ? ਉਹ ਕਹਿੰਦੇ ਨੇ ਚੌਧਰੀ ਸਾਹਿਬ ਕੀ ਬਚਿਆ, ਆਖੇ ਜਿਹੜਾ ਤੂੰ ਚੌਧਰੀ ਕਹਿ ਲੈ। ਸਾਨੂੰ ਕੁਛ ਬਚੇ ਜਾਂ ਨਾ ਬਚੇ, ਅਸੀਂ ਇਹ ਛੱਡ ਨਹੀਂ ਸਕਦੇ। ਜਿਹੜੀ ਕਿਸਾਨੀ ਆ ਨਾ, ਇਹ ਅਸੀਂ ਛੱਡ ਤਾਂ ਸਕਦੇ ਨਹੀਂ। ਇਹ ਤੋਂ ਇਲਾਵਾ ਸਾਨੂੰ ਆਉਂਦਾ ਵੀ ਕੁਛ ਨਹੀਂ, ਤੇ ਬਾਕੀ ਕੁਛ ਬਚਦੀ ਹੈ ਜਾਂ ਨਹੀਂ ਬਚਦੀ, ਪਰ ਜਿਹੜਾ ਸਵਾਦ ਆ ਨਾ ਆਪਦੇ ਜ਼ਿਮੀਂਦਾਰੇ ਦੇ ਵਿੱਚ, ਕਿਸਾਨੀ ਦੇ ਵਿੱਚ, ਉਹ ਕਿਤੋਂ ਲੱਭਦਾ ਨਹੀਂ। ਇਹ ਤਾਂ ਹੈ। ਜਿਹੜੇ ਮੁੰਡੇ ਸਾਡੇ ਛੱਡ ਕੇ ਬਾਹਰਲੇ ਮੁਲਕ ਵੀ ਗਏ ਸੀ ਨਾ, ਉਹ ਉੱਥੇ ਬਹਿ ਕੇ ਵੀ ਗੱਲ ਕਰਦੇ ਆ, ਬਾਜੇ ਵਿੱਚੋਂ ਕਾਮਯਾਬ ਆ, ਜਿਹੜੇ ਪੈਸਾ ਵੀ ਬੜਾ ਕਮਾ ਰਹੇ, ਉਹ ਵੀ ਕਹਿੰਦੇ ਆ ਯਾਰ ਕਿਸਾਨੀ ਵਰਗਾ ਕੰਮ ਕੋਈ ਨਹੀਂ। ਹਾਂ, ਆਪ ਦੀ ਬਾਦਸ਼ਾਹੀ ਹੈ। ਮਾਸ਼ਾਅੱਲਾ ਲੋਕ ਤੁਹਾਨੂੰ ਦੇਖ ਰਹੇ ਨੇ, ਤੁਹਾਨੂੰ ਵਿਊਜ਼ ਵੀ ਅੱਛੇ ਆ ਰਹੇ ਨੇ, ਉਧਰੋਂ ਵੀ ਕੋਈ ਕਮਾਈ ਵਗੈਰਾ ਹੁੰਦੀ ਕਿ ਨਹੀਂ? ਹਾਂ, YouTube ਤੋਂ ਹੁੰਦੀ। ਇੱਕ ਤਾਂ ਡੇਰੇਦਾਰੀ ਦਾ ਜਿਹੜਾ ਆਪਣਾ ਨਿਜ਼ਾਮ ਆ ਨਾ, ਹਾਂਜੀ, ਉਹ ਆਪਣਾ ਹੈ ਖੁੱਲ੍ਹਾ, ਜਿਵੇਂ ਆਇਆ ਗਿਆ ਸਾਰਾ ਕੁਝ, ਤੇ ਉਹ ਰੱਬ ਦੇ ਤੂੰ ਦੇਖ ਨਾ ਫੈਸਲੇ ਕਿੱਦਾਂ ਦੇ, ਵੀ ਪ੍ਰਾਹੁਣੇ ਵੀ ਉਹੀ ਭੇਜਦਾ ਤੇ ਉਹ ਖਰਚਾ ਵੀ ਉਹੀ ਭੇਜਦਾ। ਹਾਂ, ਮੈਂ ਕਹਿੰਦਾ ਉਹ ਡੇਰਾ ਵੀ ਚੱਲਦਾ ਰਹੇ ਤੇ 1.25 ਲੱਖ ਤੇ ਆਪਾਂ ਬਾਕੀ ਆਪਣਾ ਕੰਮ ਹੈਗਾ ਮਾਲ ਡੰਗਰ, ਹਾਂ, ਖੇਤੀਬਾੜੀ, ਖੁੱਲ੍ਹਾ ਕੰਮ। ਫਿਲਮ ਵੀ ਕੀਤੀ ਸੀ। ਮੈਨੂੰ ਚੱਕ ਤੁਹਾਨੂੰ ਐਕਟਿੰਗ ਦਾ ਸ਼ੌਕ ਹੈਗਾ? ਐਕਟਿੰਗ ਦਾ ਉਹ ਬਾਈ ਨਾਸਰ ਹੁਣਾਂ ਨੇ ਬਣਾ ਦਿੱਤਾ। ਅੱਛਾ, ਜਿਹੜਾ ਕੰਮ ਮੇਰੇ ਦਿਮਾਗ 'ਚ ਵੀ ਨਹੀਂ ਸੀ ਉਹ ਵੀ ਬਾਈ ਕਰਾ ਲੈਂਦਾ, ਤੁਹਾਨੂੰ ਪਤਾ ਹੀ ਹੈ ਬਾਈ ਦਾ। ਜੀ ਹਾਂ, ਨਹੀਂ ਗਾਂ ਕੋਈ ਹੋਰ ਵੀ ਹੈ ਫਿਲਮਾਂ? ਕੋਈ ਨਹੀਂ, ਮੈਂ ਕੋਈ ਇੱਥੇ ਤੱਕ ਵੀ ਆਪਾਂ ਕੋਈ ਮਨਸੂਬੇ ਨਾਲ ਤਾਂ ਆਏ ਨਹੀਂ, ਰੱਬੀ ਸਬੱਬੀ, ਜੇ ਗਾਂ ਵੀ ਰੱਬ ਨੇ ਕੋਈ ਕਰਾਉਣਾ ਹੋਇਆ ਕਰਾ ਲਓ। ਇਹ ਤਾਂ ਤੇ ਉਹ ਜਿਹੜੀ ਫਿਲਮ ਸੀਗੀ ਉਹ ਕਿਉਂਕਿ ਉਹ ਇਸ ਟਾਈਮ YouTube ਤੋਂ ਨਾ ਹਟ ਗਈ ਹੋਈ ਆ। ਹਾਂ, ਤੇ ਉਹਦੇ ਵਿੱਚ ਕੀ ਸਬਕ ਸੀਗਾ, ਉਹ ਕਿਉਂ ਹਟੀ, ਉਹਦੇ ਪਿੱਛੇ ਕੀ ਰੀਜ਼ਨ? ਉਹ ਤਾਂ ਮੋਟੀ ਜੀ ਗੱਲ ਆ ਜੀ, ਉਹ ਸਾਡੀ ਚੜ੍ਹਦੇ ਲਹਿੰਦੇ ਦੀ ਸਾਂਝ ਤੇ ਬਣੀ ਸੀ। ਹਾਂਜੀ, ਉਹ ਸਾਡੇ ਮੋਹ ਤੇ ਬਣੀ ਸੀ, ਸਾਡੇ ਪਿਆਰ ਤੇ ਬਣੀ। ਤੇ ਉਹ ਜਿਹੜੀ ਮੋਦੀ ਸਰਕਾਰ ਆ ਉਹਨਾਂ ਨੂੰ ਇਹ ਵਾਰੇ 'ਚ ਨਹੀਂ, ਉਹ ਤਾਂ ਜਰਦਾ ਹੀ ਨਹੀਂ ਸਾਨੂੰ ਰਲਦਿਆਂ ਨੂੰ ਦੇਖਦੇ, ਤੇ ਉਹਨਾਂ ਨੇ ਉਹ ਡਾਤੀ ਚੈਨਲ ਵੀ ਉਹਦਾ ਵਿਚਾਰੇ ਦਾ ਡਾਤਾ। ਤੇ ਅੱਗੇ ਵੀ ਉਹ ਗੱਲ ਸਾਂਝ ਦੀ ਕਰਦਾ ਸੀਗਾ ਚੇਤਾ, ਤੇ ਅਗਲਾ ਅੱਗੇ ਵੀ ਉਹਦਾ ਡਾਤਾ ਚੈਨਲ, ਹੁਣ ਫਿਰ। ਤੇ ਮੈਂ ਤਾਂ ਇਹ ਗੱਲ ਕਰੀ ਸੀ ਵੀ ਜਿੰਨੀਆਂ ਵੀ ਅਡਾਣੀਆਂ ਫਿਲਮਾਂ ਡਾਈ ਜਾਣ, ਤੇ ਸਾਡੇ ਜਿਹੜੇ ਦਿਲ ਦੇ ਵਿੱਚ ਸਾਡੇ ਫਿਲਮ ਆ ਹੈ, ਜਿਹੜਾ ਮੋਹ ਪਿਆਰ ਸਾਡੇ ਦਿਲ 'ਚ ਆ ਇੱਕ ਦੂਏ ਵਾਸਤੇ, ਤੇ ਉਹ ਤੁਸੀਂ ਕਿੱਦਾਂ ਡਿਲੀਟ ਕਰ ਦੋਗੇ? ਹੈ YouTube ਤੋਂ ਤਾਂ ਕਰ ਦੋਗੇ। ਇੱਦਾਂ ਹੁਣ ਜਿਵੇਂ ਚੜ੍ਹਦੇ ਲਹਿੰਦੇ ਵਾਲੇ ਰਲਦੇ ਆ, ਮਿਲਦੇ ਆ ਇੱਕ ਦੂਏ ਨਾਲ, ਹੁਣ ਤਾਂ ਸੋਸ਼ਲ ਮੀਡੀਆ ਦਾ ਦੌਰ ਆ। ਤੇ ਹੁਣ ਬਸ ਮੈਂ ਇਹੀ ਗੱਲ ਕਰਨ ਲੱਗਿਆ ਸੀਗਾ ਵੀ ਹਿੰਮਤ ਨਹੀਂ ਹਾਰਨੀ, ਇਹ ਫਿਲਮਾਂ ਡਿਲੀਟ ਹੁੰਦੀਆਂ, ਹੋਰ ਵੀ ਬਥੇਰੇ ਤਮਾਸ਼ੇ ਕਰਨਗੇ, ਪਰ ਪਿੱਛੇ ਨਹੀਂ ਹਟਣਾ। ਹਾਂ, ਕਿਉਂ? ਉਂਝ ਵੀ ਰੱਬ ਦੀ ਖੈਰ ਆ, ਜਿਹੜੇ ਪਿਆਰ ਦੇ ਵਿੱਚ ਲਾਲਚ ਤਮਾ ਨਾ ਹੋਵੇ, ਹੈ ਉਹ ਸਿਰੇ ਚੜ੍ਹਦਾ। ਇਹ ਤਾਂ ਹੈ। ਹਾਂ, ਤੇ ਇਹ ਸਾਂਝ ਜੇ ਮੇਰੇ ਰੱਬ ਨੇ ਚਾਹਿਆ ਤੇ ਇਹ ਸਿਰੇ ਚੜੂਗੀ। ਸਾਡੀ ਆਉਣ ਵਾਲੀਆਂ ਨਸਲਾਂ ਨਾ ਇਹ
ਉਧਰ ਇੱਧਰ ਇਦਾਂ ਭੱਜੀਆਂ ਫਿਰਨਗੀਆਂ ਵੀ ਜਿੱਦਾਂ ਸਾਂਝਾ ਵਿਹੜਾ ਹੁੰਦਾ। ਪਤਾ ਨਹੀਂ ਕਿਹੜਾ ਹੁੰਦਾ। ਹਾਂ ਨਹੀਂ ਤੁਸੀਂ ਚਾਹੁੰਦੇ ਹੋ ਕਿ ਇਹ ਪੰਜਾਬ ਇੱਕ ਹੋ ਜਾਵੇ? ਇੱਕ ਇੱਕ ਇਦਾਂ ਹੀ ਕਹਿਣਾ ਨਾ ਮੈਂ ਵੀ ਇੱਕ ਹੋ ਜੇ, ਵੀ ਆਣ ਜਾਣ ਹੋਵੇ, ਪਿਆਰ ਮੁਹੱਬਤ ਹੋਵੇ, ਲੈਣ ਦੇਣ ਹੋਵੇ ਹੈ। ਵੀ ਜਿੱਦਾਂ ਕਈ ਮੁਲਕ ਕਹਿੰਦੇ ਦੱਸਦੇ ਆ ਵੀ ਜਿਨ੍ਹਾਂ ਦੇ ਵਿੱਚ ਉਹ ਇਦਾਂ ਬਾਰਡਰ ਆ ਪਰ ਹੈ ਨਾਮ ਦਾ। ਨਾਮ ਦਾ, ਹਾਂਜੀ। ਹਾਂ, ਉਹ ਦਿਲ ਕਰਦਾ ਇੱਧਰ ਚਲੇ ਜਾਂਦਾ, ਦਿਲ ਕਰਦਾ ਇੱਧਰ ਆ ਜਾਂਦੇ। ਇਦਾਂ ਪਿਆਰ ਬਣੇ। ਤੇ ਨਹੀਂ, ਆਪਣੀ ਖੁਆਇਸ਼ ਹੈ ਕਿ ਅਸੀਂ ਇੰਡੀਆ ਜਾ ਕੇ ਉੱਧਰਲਾ ਪੰਜਾਬ ਦੇਖੀਏ। ਹਾਂ, ਇਹ ਸਾਡੇ ਬਜ਼ੁਰਗਾਂ ਦੀ ਸੀ, ਉਹ ਵਿਚਾਰੇ ਦੇਸ ਕਰਦੇ ਚਲੇ ਗਏ ਤੇ ਉਹਨਾਂ ਦੀ ਤਾਂ ਨਹੀਂ, ਚਲੋ ਜ਼ਿੰਦਗੀ 'ਚ ਇਹ ਸੀ, ਪੂਰਾ ਨਹੀਂ ਹੋਇਆ। ਤੇ ਜੇ ਰੱਬ ਸਾਡੀ ਜ਼ਿੰਦਗੀ 'ਚ ਕਰਾ ਦੇਵੇ ਅਸੀਂ ਜਾ ਕੇ ਦੇਖੀਏ। ਹਾਂ। ਨਹੀਂ, ਜਿਹੜੇ ਉੱਧਰੋਂ ਐਕਟਰ ਆਉਂਦੇ ਆ, ਤੁਹਾਨੂੰ ਉਹ ਮਿਲਦੇ ਆ, ਮਹੀਨਾ ਇੱਕ ਰਹਿ ਕੇ ਜਾਂਦੇ ਆ, ਉਹ ਕੀ ਫੀਲਿੰਗ ਹੁੰਦੀ ਆ ਕਿ ਭਾਈ ਉੱਧਰੋਂ ਬੰਦਾ ਆ, ਮਹੀਨਾ ਮੇਰੇ ਕੋਲ ਰਿਹਾ ਵਾ, ਉਹ ਫਿਰ ਦਿਲ ਦੀਆਂ ਗੱਲਾਂ ਹੁੰਦੀਆਂ, ਉਹ ਗੱਲਾਂ ਸਾਂਝੀਆਂ ਹੁੰਦੀਆਂ। ਫਿਰ ਹਾਂ, ਸਾਰਾ ਪਿੰਡ ਇਕੱਠਾ ਹੋ ਜਾਂਦਾ, ਜਿਹੜਾ ਵੀ ਆਂਦਾ ਉਹ ਆ ਕੇ ਆਪਣੇ ਪਿਛਲੇ ਪਿੰਡ ਦਾ ਉਹਨੂੰ ਆ ਕੇ ਪੁੱਛਦਾ। ਹਾਂ, ਵੀ ਸਾਡਾ ਪਿੰਡ ਉੱਥੇ ਸੀ, ਸਾਡਾ ਉੱਥੇ। ਤੇ ਬਸ ਉਹ ਤੂੰ ਦੇਖ ਬਈ ਪਿੱਛੇ ਜੇ ਸਰਦਾਰ ਆਏ ਨਾ, ਹਾਂਜੀ, ਤੇ ਰਾਤ ਟੱਪੀ ਪਤਾ ਹੀ ਨਹੀਂ ਲੱਗਿਆ ਇਦਾਂ ਵੀ ਜਿਵੇਂ 20 ਮਿੰਟਾਂ ਦੀ ਰਾਤ ਸੀ। ਗੱਲਾਂ ਕਰਦੇ ਆ, ਸਾਰਾ ਪਿੰਡ ਬੈਠਾ ਤੇ ਉਹ ਗੱਲਾਂ ਉਹੀ ਹੋ ਰਹੀਆਂ, ਉਹ ਸੁਣਾ ਰਹੇ ਉੱਦਾਂ ਦੀਆਂ, ਅਸੀਂ ਬੈਠੇ ਸੁਣ ਰਹੇ। ਹਾਂ, ਜਿਹੜਾ ਆਪਣੇ ਪਹਿਲੇ ਹੁੰਦਾ ਸੀਗਾ ਕਿ ਛੱਪੜ 'ਚ ਨਹਾਉਣਾ, ਸਾਰਾ ਦਿਨ ਬਾਹਰ ਫਿਰਨਾ, ਉਹ ਚੀਜ਼ਾਂ ਅੱਜ ਕੱਲ੍ਹ ਆਪਣੇ ਪਿੰਡਾਂ 'ਚ ਨਾ ਬਿਲਕੁਲ ਖਤਮ ਹੋ ਗਈਆਂ ਹੋਈਆਂ। ਪਿੰਡਾਂ 'ਚ ਨਿਆਣੇ ਹੀ ਬੜੇ ਸਾਫ਼ ਸੁਥਰੇ ਕਰਦੇ ਸੀ, ਅਸੀਂ ਤਾਂ ਇਦਾਂ ਦੇ ਹੈ ਹੀ ਨਹੀਂ ਸੀ। ਸਾਡੇ ਹੁਣ ਮੱਝਾਂ ਵਾਲਾ ਜਿਹੜਾ ਛੱਪੜ ਸੀ ਨਾ, ਅਸੀਂ ਆਪਣਾ ਬਣਾਇਆ ਹੋਇਆ ਸੀ, ਤੇ 2 ਕਨਾਲਾਂ 'ਚ ਛੱਪੜ ਸੀ। ਅਸੀਂ ਜਦੋਂ ਅੱਬੇ ਹੋਣਾ ਨੇ ਅੱਗੇ ਪਿੱਛੇ ਹੋਣਾ, ਗੋੜ ਵਾਲਾ ਕੜਾਇਆ ਨਹੀਂ ਹੁੰਦਾ, ਹਾਂਜੀ, ਕੁੰਡਿਆਂ ਵਾਲਾ, ਉਹ ਵਿੱਚ ਸਿੱਟ ਲੈਣਾ ਤੇ ਸੋਟੇ ਲੈ ਕੇ ਉਹ ਚੱਪੂ ਬਣਾ ਲੈਣੇ ਤੇ ਉਹ ਵਿੱਚ ਭਜਾਈ ਫਿਰਨਾ ਹੈ ਡੰਗਰਾਂ 'ਚ। ਤੇ ਹੁਣ ਤਾਂ ਕੋਈ ਮਾੜਾ ਜਿਹਾ ਕੋਈ ਮਿੱਟੀ ਲੱਗ ਜੇ ਨਿਆਣੇ ਦੇ ਕਿਸੇ ਨੂੰ ਹੱਥ ਨੂੰ, ਤੇ ਉਹ ਮਾਵਾਂ ਕਹਿੰਦੀਆਂ ਵੀ ਤੂੰ ਆਹ ਕੀ ਕਰ ਲਿਆ। ਇਹ ਤਾਂ ਅਸੀਂ ਤਾਂ ਸਿਰ ਮੂੰਹ ਇੱਕ ਕਰਕੇ ਵੜਦੇ। ਅੱਜ ਕੱਲ੍ਹ ਪਿੰਡਾਂ ਵਿੱਚ ਪੰਜਾਬੀ ਵੀ ਖਤਮ ਹੁੰਦੀ ਜਾਂਦੀ ਹੈ। ਹਾਂ, ਆਪਾਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਵਾਸਤੇ ਕੀ ਕਰ ਸਕਦੇ ਹਾਂ? ਮੈਂ ਦਿਲ ਦੀ ਗੱਲ ਦੱਸਾਂ ਤੇ ਇਹ ਮਾਂ ਬੋਲੀ ਬਚੀ ਬਚਾਈ ਹੈ, ਇਹਨੂੰ ਰੱਬ ਦੀ ਖੈਰ ਹੈ, ਇਹਨੂੰ ਕੋਈ ਦੁਆ ਐਸੀ ਆ ਪੰਜਾਬੀ ਨੂੰ ਵੀ ਇਹ ਜਾਂਦੀ ਕਿਤੇ ਨਹੀਂ, ਇਹ ਮੁੱਕਦੀ ਨਹੀਂ। ਮੈਂ ਹੁਣ ਚਲੋ ਅੱਗੇ ਤਾਂ ਮੈਂ ਕੈਮਰੇ ਅੱਗੇ ਨਹੀਂ ਸੀ ਆਂਦਾ, ਅੱਗੇ ਤਾਂ ਤੈਨੂੰ ਨਹੀਂ ਸੀ ਪਤਾ, ਕੈਮਰੇ ਅੱਗੇ ਆ ਕੇ ਪਤਾ ਲੱਗਿਆ ਵੀ ਮਾਂ ਬੋਲੀ ਪੰਜਾਬੀ ਦੇ ਜਿਹੜੇ ਪੁੱਤਰ ਆ, ਇਹਨੂੰ ਪਿਆਰ ਕਰਨ ਵਾਲੇ ਤੇ ਹਰ ਪਾਸੋਂ, ਜਿਵੇਂ ਨਹੀਂ ਕਿਸੇ ਹਵੇਲੀ ਦੇ ਪਹਿਰੇਦਾਰ ਨਹੀਂ ਖਲੋਤੇ ਹੁੰਦੇ, ਤੇ ਉਹ ਅਰਬਾਂ ਦੇ ਕਰੋੜਾਂ ਦੇ ਵਿੱਚ ਜਿਹੜੇ ਆ ਇਹਦੇ ਪਹਿਰੇਦਾਰ, ਇਹ ਕਿਤੇ ਵੀ ਨਹੀਂ ਜਾਂਦੀ। ਨਹੀਂ, ਇਹ ਮਿਸਾਲ ਤੌਰ 'ਤੇ ਜਿੱਦਾਂ ਹੁਣ ਚੜ੍ਹਦੇ ਪੰਜਾਬ ਵਾਲਿਆਂ ਨੇ, ਬੇਸ਼ੱਕ ਉਹ ਅਮਰੀਕਾ ਬੈਠੇ ਆ, UK ਬੈਠੇ ਆ, ਕਿੱਥੇ ਬੈਠੇ ਆ, ਉਹ ਬੋਲਦੀ ਪੰਜਾਬੀ ਆ। ਸਿਆਣਿਆਂ ਤੋਂ ਨਾ ਇੱਕ ਗੱਲ ਸੁਣੀ ਸੀ ਬਈ ਕੋਈ ਸ਼ੇਰ ਦਾ ਬੱਚਾ ਸੀ ਤੇ ਉਹ ਬੱਕਰੀਆਂ 'ਚ ਰਲ ਗਿਆ ਨਿੱਕਾ ਹੁੰਦਾ, ਤੇ ਉਹ ਬੱਕਰੀਆਂ ਦੇ ਵਿੱਚ ਰਲਦਾ ਫਿਰਦਾ ਰਿਹਾ, ਬੱਕਰੀਆਂ ਤਰ੍ਹਾਂ ਹੀ ਉਹ ਘਾਹ ਖਾਣ ਲੱਗ ਗਿਆ, ਬੱਕਰੀਆਂ ਤਰ੍ਹਾਂ ਤੁਰਿਆ ਕਰੇ, ਇੱਦਾਂ ਹੀ ਆਪਣੇ ਆਪ ਨੂੰ ਸਮਝਦਾ ਹੀ ਬੱਕਰੀ ਸੀ। ਅੱਛਾ, ਜਦੋਂ ਵੱਡਾ ਹੋ ਗਿਆ ਨਾ, ਇੱਦਾਂ ਹੀ ਤੁਰਦੇ ਤੁਰਦੇ ਉਹਨੂੰ ਪਤਾ, ਉਹ ਬੱਕਰੀ ਸਮਝਦਾ ਰਿਹਾ ਆਪਣੇ ਆਪ ਨੂੰ, ਵੱਡਾ ਹੋ ਗਿਆ। ਇੱਕ ਦਿਨ ਨਾ ਕਹਿੰਦੇ ਵੀ ਕਿਸੇ ਉਹ ਥਾਂ 'ਤੇ ਉਹ ਪਾਣੀ ਪੀਣ ਵਾਸਤੇ ਨਾ ਉਹ ਬੱਕਰੀਆਂ ਗਈਆਂ, ਤੇ ਵਿੱਚ ਉਹ ਸ਼ੇਰ ਦਾ ਬੱਚਾ ਜਿਹੜਾ ਵੱਡਾ ਹੋ ਗਿਆ, ਉਹਨੇ ਜਦੋਂ ਉਹ ਸਾਫ਼ ਪਾਣੀ ਪੀਣ ਲੱਗੇ ਨਾ, ਤੇ ਉਹ ਆਪਦਾ ਮੂੰਹ ਵਿਖਿਆ ਵਿੱਚ ਉਹਨੂੰ, ਤੇ ਉਹਨੇ ਕਿਹਾ ਵੀ ਯਾਰ ਮੈਂ ਤਾਂ ਇੰਝ ਜਿਵੇਂ ਸ਼ੇਰ ਹੁੰਦਾ ਹੈ। ਉਹਨੇ ਪਾਣੀ ਤੋਂ ਮੂੰਹ ਚੱਕਿਆ ਨਾ, ਤੇ ਉਹ ਬੜਕ ਕੇ ਦੇਖਿਆ ਵੀ ਭਲਾ ਮੈਂ ਹੈ ਸ਼ੇਰ। ਜਦੋਂ ਉਹਨੇ ਬੜਕ ਮਾਰੀ ਨਾ, ਉਹ ਬੱਕਰੀਆਂ ਡਰ ਕੇ ਭੱਜ ਗਈਆਂ। ਉਹ ਕਹਿੰਦਾ ਓਹੋ ਮੈਂ ਤਾਂ ਸ਼ੇਰ ਸੀ। ਬਸ ਫਿਰ ਉਹਦੀ ਟੋਰ ਬਦਲ ਗਈ, ਉਹਦਾ ਖਾਣਾ ਪੀਣਾ ਬਦਲ ਗਿਆ, ਫਿਰ ਠਾਠਾਂ ਹੀ ਹੋਰ ਹੋ ਗਈ, ਸ਼ੇਰ ਜੋ ਬਣ ਗਿਆ ਬੱਕਰੀ। ਸਾਡੇ ਨਾ ਪੰਜਾਬੀ ਰਲੇ ਰਹੇ ਅੱਗੇ ਬੱਕਰੀ 'ਚ ਹੈ, ਤੇ ਆਪਣੇ ਆਪ ਨੂੰ ਬੱਕਰੀ ਸਮਝਦੇ ਰਹੇ। ਤੇ ਤੂੰ ਇਹ ਸਮਝ ਵੀ ਹੁਣ ਆਪਣੇ ਆਪ ਨੂੰ ਪਛਾਣ ਗਏ, ਤੇ ਹੁਣ ਆਪਣੇ ਰੂਪ 'ਚ ਆ ਰਹੇ ਹਾਂ। ਹੁਣ ਸ਼ਹਿਰਾਂ 'ਚ ਬੈਠੇ, ਬਾਹਰਲੇ ਮੁਲਕ ਬੈਠੇ, ਜਿਹਨਾਂ ਨੇ ਇੰਗਲਿਸ਼ ਸਿਖਾ ਲਈ ਸੀ, ਨਿਆਣੇ ਇੰਗਲਿਸ਼ ਬੋਲਣ ਲੱਗ ਗਏ ਸੀ, ਉਹ ਵੀ ਹੁਣ ਪੰਜਾਬੀ ਸਿਖਾ ਰਹੇ। ਮੈਂ ਇਹੋ ਜਿਹੀਆਂ ਮਿਸਾਲਾਂ ਦੱਸ ਸਕਦਾ ਕਈ। ਕੋਈ ਇੱਕ ਮਿਸਾਲ, ਮੇਰੇ ਕੋਲ ਪ੍ਰਾਹੁਣੇ ਆਏ ਜੀ, ਹਾਂਜੀ, ਤੇ ਉਹਦਾ ਮੁੰਡਾ ਨਾ ਅੰਗਰੇਜ਼ੀ ਬੋਲਦਾ ਨਿੱਕਾ ਹੁੰਦਾ। ਅੱਛਾ, ਹਾਂ, ਹੁਣ ਹੋ ਗਿਆ ਹੁਣ 12-14 ਸਾਲਾਂ ਦਾ। ਤੇ ਉਹ ਹੁਣ ਮੁੰਡਾ ਆ ਕੇ ਨਾ ਉਹ ਵਿੱਚੋਂ ਉਹਨੇ ਬੋਲੀ ਨਾ ਪੰਜਾਬੀ ਤੇ ਟੁੱਟੀ ਮੀਜੀ, ਤੇ ਮੈਂ ਕਿਹਾ ਵੀ ਇਹ ਟੁੱਟੀ ਮੀਜੀ ਕਿਉਂ ਬੋਲਦਾ? ਉਹ ਕਹਿੰਦੇ ਜੀ ਅਸੀਂ ਇਹਨੂੰ ਲਾਇਆ ਹੁਣ ਲਾਇਆ ਇਹਨੂੰ, ਕਹਿੰਦੇ ਤੇ 6 ਮਹੀਨਿਆਂ 'ਚ ਕਹਿੰਦੇ ਅਸੀਂ ਇਹਨੂੰ ਸਿਖਾਣੀ ਆ ਪੰਜਾਬੀ। ਤੇ ਪੰਜਾਬੀ ਪਿੱਛੇ ਕਹਿੰਦੇ ਹੁਣ ਇਹਦੀ ਮਾਂ ਕੋਲੋਂ ਕੁੱਟ ਵੀ ਪੈ ਰਹੀ ਹੈ, ਜਿਹੜੀ ਮਾਂ ਨੇ ਅੰਗਰੇਜ਼ੀ ਸਿਖਾਈ ਸੀ। ਹਾਂ,
ਨਹੀਂ, ਲੋਕ ਮੁੜ ਕੇ ਆ ਰਹੇ ਆਪਣੀ ਮਾਂ ਬੋਲੀ, ਬੰਦਾ ਅਸਲ ਨੂੰ ਹੀ ਮੁੜਦਾ ਬਾਬਾ। ਇਹ ਤਾਂ ਹੈ ਜੀ। ਹਾਂ, ਇਹ ਮੁੜਨਗੇ ਇਨਸ਼ਾਅੱਲਾ ਤਾਲਾ। ਨਹੀਂ, ਅੱਜ ਤੋਂ ਜੇ ਆਪਾਂ 10 ਸਾਲ ਜਾਂਦੇ ਆਪਾਂ ਪਿੱਛੇ ਜਾਂਦੇ ਆ, ਠੀਕ ਹੈ, ਉਸ ਦੌਰ 'ਚ ਤਾਂ ਹੁਣ ਇਸ ਦੌਰ 'ਚ ਕਿੰਨਾ ਕੁ ਫਰਕ ਆਇਆ। 10 ਸਾਲ ਪਹਿਲਾਂ ਦੀ ਮੈਂ ਗੱਲ ਤੁਹਾਨੂੰ ਅੱਗੇ ਦੱਸ ਇਹ ਰਿਹਾ ਸੀ ਵੀ ਜਦੋਂ ਬੰਦਾ ਕੋਈ ਨਵਾਂ ਹੋਵੇ ਨਾ ਅਮੀਰ, ਤੇ ਉਹ ਥੋੜਾ ਜਿਹਾ ਮਗਾਲਤਿਆਂ 'ਚ ਭੁਲੇਖਿਆਂ 'ਚ ਪੈ ਜਾਂਦਾ। ਉਹ ਸਿਆਣੇ ਤੋਂ ਇੱਕ ਗੱਲ ਸੁਣੀ ਸੀ ਵੀ ਕੋਈ ਸੁਨਿਆਰੇ ਦਾ ਨਾ ਕਿਸੇ ਚੂਹੇ ਨੇ ਉਹ ਹੀਰਾ ਖਾ ਲਿਆ, ਤੇ ਮੁੜ ਕੇ ਉਹ ਚੂਹਾ ਅੱਗੇ ਸੁਨਿਆਰਾ ਪਿੱਛੇ ਉਹ ਜਾ ਕੇ ਨਾ ਉਹ ਦੂਏ ਚੂਹਿਆਂ 'ਚ ਰਲ ਗਿਆ। ਕੋਈ 20-50 ਚੂਹੇ ਫਿਰਦੇ ਸੀ ਉੱਥੇ। ਹੁਣ ਸੁਨਿਆਰਾ ਬੈਠਾ ਦੇਖੇ ਵੀ ਯਾਰ ਉਹ ਕਿਹੜੇ ਚੂਹੇ ਨੇ ਖਾਇਆ, ਵੀ ਕਿਹੜਾ ਫੜਾਂ ਜੀ। ਉਹਨੇ ਕਿਸੇ ਸਿਆਣੇ ਨੂੰ ਸੱਦਿਆ, ਉਹਨੇ ਕਿਹਾ ਯਾਰ ਆ 100-150 ਚੂਹਾ ਫਿਰਦਾ ਵੀ ਵਿੱਚ ਇੱਕ ਚੂਹਾ ਜਿਹਨੇ ਮੇਰਾ ਹੀਰਾ ਖਾਦਾ। ਉਹ ਕਹਿੰਦਾ ਅੱਛਾ। ਉਹ ਸਿਆਣੇ ਨੇ ਇੱਕ ਨਿਗਾਹ ਮਾਰੀ, ਉਹ ਕਹਿੰਦਾ ਜਿਹੜਾ ਉਹ ਨੁੱਕਰ 'ਚ ਬੈਠਾ ਨਾ ਇਕੱਲਾ, ਉਹਨੂੰ ਫੜ ਲਾ। ਉਹਨੇ ਫੜ ਕੇ ਨਾ ਤੇ ਉਹ ਚੂਹਾ ਪਾੜਿਆ ਤੇ ਵਿੱਚੋਂ ਹੀਰਾ ਨਿਕਲਿਆ। ਉਹ ਕਹਿੰਦਾ ਜੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਇਸੇ ਨੇ ਖਾਧਾ ਸੀ? ਉਹ ਕਹਿੰਦਾ ਵੀ ਜਿਹੜਾ ਛੋਟਾ ਦਿਮਾਗ ਹੁੰਦਾ ਨਾ, ਨਿੱਕਾ ਜ਼ਹਿਨ, ਹਾਂਜੀ, ਉਹਦੇ ਕੋਲ ਜਦੋਂ ਪੈਸੇ ਆ ਜਾਣ ਨਾ, ਉਹ ਆਪਣੇ ਆਪ ਨੂੰ ਵੱਖਰੀ ਮਖਲੂਕ ਸਮਝਦਾ, ਆਪਣੇ ਆਪ ਤੋਂ ਦੂਰ ਹੋ ਜਾਂਦਾ। ਇਹ ਬਦਲਾਅ ਆਉਂਦਾ। ਪਿੱਛੇ 10 ਸਾਲ ਪਿਛਾਂ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਉਸ ਟਾਈਮ ਆਪਾਂ ਕਹਿ ਸਕਦੇ ਸੀ ਵੀ ਪੰਜਾਬੀ ਨੂੰ ਖਤਰਾ। ਇੱਕ ਤਾਂ ਇੱਦਾਂ ਸੋਸ਼ਲ ਮੀਡੀਆ ਹੈ ਨਹੀਂ ਸੀ, ਹਾਂਜੀ। ਦੂਜਾ ਉਸ ਟਾਈਮ ਬੰਦੇ ਕਹਿੰਦੇ ਹੁੰਦੇ ਸੀ ਵੀ ਜਿਹੜਾ ਉਰਦੂ ਬੋਲਦਾ ਨਾ ਜਾਂ ਅੰਗਰੇਜ਼ੀ ਬੋਲਦਾ, ਉਹਨੂੰ ਅਮੀਰ ਗਿਣਦੇ ਸੀ, ਉਹਨੂੰ ਪੜ੍ਹਿਆ ਲਿਖਿਆ ਗਿਣਦੇ ਸੀ। ਇੱਦਾਂ ਸੀ ਹੈਂ? ਹਾਂਜੀ, ਇੱਦਾਂ ਸੀ। ਪਰ ਪੰਜਾਬੀਆਂ ਦੀ ਕਹਿ ਲਾ ਵੀ ਇਹ ਰੱਬ ਦੀ ਮਿਹਰ ਹੈ ਇਹਨਾਂ 'ਤੇ, ਕੋਈ ਮਿਹਨਤ ਵੀ ਕੀਤੀ ਜਾਂ ਕਿੱਦਾਂ, ਹੁਣ ਇਹ ਗੱਲ ਸਾਬਤ ਕਰਤੀ ਕਿ ਨਹੀਂ, ਪੰਜਾਬੀ ਅਮੀਰ ਵੀ ਹੁੰਦੇ, ਪੰਜਾਬੀ ਵਰਗਾ ਨਵਾਬ ਕੋਈ ਨਹੀਂ, ਇਹਨਾਂ ਵਰਗਾ ਰਾਠ ਕੋਈ ਨਹੀਂ, ਇਹਨਾਂ ਵਰਗਾ ਸੇਠ ਕੋਈ ਨਹੀਂ। ਜਿਹੜੇ ਬੰਦੇ ਪਿੰਡ ਛੱਡ ਕੇ ਸ਼ਹਿਰਾਂ 'ਚ ਆ ਰਹੇ ਆ, ਠੀਕ ਆ, ਪਿੰਡ ਪਿੱਛੋਂ ਖਾਲੀ ਕਰ ਰਹੇ, ਤੁਸੀਂ ਉਹਨਾਂ ਨੂੰ ਕੀ ਕਹੋਗੇ? ਮੇਰੇ ਕਹਿਣ ਨਾਲ ਤਾਂ ਉਹ ਮੁੜਦੇ ਵੀ ਕੋਈ ਨਹੀਂ। ਇਹ ਤਾਂ ਹੈ। ਹਾਂ, ਆਖੇ ਮੱਛੀ ਪੱਥਰ ਚੱਟ ਕੇ ਮੁੜਦੀ। ਇਹ ਸ਼ਹਿਰਾਂ ਵਾਲੇ ਹੁਣ ਜਾ ਵੀ ਪਿੰਡ, ਹੁਣ ਬੰਦੇ ਮੁੜ ਰਹੇ ਪਿਛਾਂ ਨੂੰ। ਹੁਣ ਤੁਸੀਂ ਦੇਖਿਆ ਨਹੀਂ ਵੀ ਖੁਰਾਕਾਂ ਦੇਸੀ ਲੱਭਦੇ ਫਿਰਦੇ ਹਾਂਜੀ। ਆ ਪਿੱਛੇ ਜੇ ਕਹਿੰਦੇ ਸੀ ਨਾ ਵੀ ਦੇਸੀ ਘਿਓ ਨਹੀਂ ਖਾਣਾ, ਹੁਣ ਡਾਕਟਰ ਕਹਿੰਦੇ ਆ ਕਿ ਦੇਸੀ ਘਿਓ ਚੰਗਾ ਵੀ ਉਹ ਖਾਓ। ਹੈ ਹਰ ਸ਼ਾ ਉਹ ਪਿਛਾਂ ਨੂੰ ਮੁੜਨਾ ਤਾਂ ਪੈਣਾ ਸਾਰਿਆਂ ਨੂੰ। ਬਾਕੀ ਇਹ ਆ ਵੀ ਸ਼ਹਿਰਾਂ 'ਚ ਆ ਕੇ ਲੈ ਲਿਆ ਸਵਾਦ ਉਹਨਾਂ ਨੇ, ਹੈ ਉਹ ਪਿੰਡ ਵਾਲੀ ਜਿਹੜੀ ਗੱਲ ਆ ਨਾ ਉਹ ਨਹੀਂ ਲੱਭਦੀ, ਉਹ ਚਾਸ ਨਹੀਂ ਲੱਭਦੀ। ਫਿਰ ਉੱਥੇ ਵਾਲਾ ਜਿਹੜਾ ਇੱਕ ਦੂਏ ਨਾਲ ਸਾਂਝ ਜੀ ਆ, ਜਿਹੜਾ ਇੱਕ ਦੂਏ ਨਾਲ ਕਹਿ ਲਾ ਨਾ ਵੀ ਆਂਢ ਗੁਆਂਢ ਦਾ ਪਤਾ, ਹੈ ਪ੍ਰਾਹੁਣਾ ਕਿਸੇ ਘਰ ਦਾ ਵੀ ਹੋਵੇ, ਸਾਰੇ ਪਿੰਡ ਦਾ ਜਾਣੂ ਹੁੰਦਾ। ਤੇ ਉਹ ਫਿਰ ਜਿਹੜੀਆਂ ਉਹ ਛਾਵਾਂ ਮੁੱਕਦੀਆਂ ਜਾਂਦੀਆਂ ਸ਼ਹਿਰਾਂ 'ਚ ਆ ਕੇ। ਸ਼ਹਿਰਾਂ 'ਚ ਤਾਂ ਗਾਂਢ ਗੁਆਂਢ ਦਾ ਨਹੀਂ ਪਤਾ ਕੌਣ ਬੈਠਾ ਕੌਣ ਨਹੀਂ। ਵਾਕਈ ਤੁਹਾਡੇ ਸਾਫੇ ਦੀ ਕੀ ਕਹਾਣੀ ਹੈ? ਇਹ ਤੁਸੀਂ ਹਰ ਵੀਡੀਓ 'ਚ ਰੱਖਦੇ ਹੋ, ਇਹ ਤੁਸੀਂ ਕਦੋਂ ਵੀ ਅਸੀਂ ਵੇਖਿਆ ਤੁਹਾਡੇ ਮੋਢੇ 'ਤੇ ਹੁੰਦਾ ਜਾਂ ਤੁਹਾਡੇ ਸਿਰ 'ਤੇ ਹੁੰਦਾ, ਤੁਹਾਡੀ ਹਰ ਵੀਡੀਓ 'ਚ ਹੁੰਦਾ। ਇਹਦੀ ਕੀ ਕਹਾਣੀ ਹੈ? ਸਾਡਾ ਸੰਦ ਆ ਇਹ। ਕਿਸ ਤਰ੍ਹਾਂ ਵੀ ਇਹ ਕਿਸਾਨ ਦਾ, ਜ਼ਿਮੀਂਦਾਰ ਦਾ ਨਾ, ਇਹ ਕਹਿ ਲਓ ਵੀ ਔਜ਼ਾਰ ਹੀ ਹੈ ਪੂਰਾ, ਇਹ ਸੰਦ ਆ ਇਹ। ਵੀ ਇਹਨੂੰ ਹਥਿਆਰ ਨਹੀਂ ਜਿਵੇਂ ਹੁੰਦਾ ਹਾਂਜੀ ਫੌਜੀ ਹਾਂਜੀ, ਇੱਦਾਂ ਸਾਡਾ ਤਾਂ ਹਥਿਆਰ ਵੀ ਇਹੀ ਆ ਵੀ ਅਸੀਂ ਧੁੱਪ ਛਾਂ ਹੋਵੇ, ਸਿਆਲਾ ਹੋਵੇ, ਗਰਮੀ ਹੋਵੇ, ਇਹ ਬੰਦੇ ਜਿੰਨਾ ਸਾਥ ਦਿੰਦਾ, ਕਈ ਥਾਂ 'ਤੇ ਕੰਮ ਆ ਜਾਂਦਾ। ਵੀ ਧੁੱਪ ਸਿਰ 'ਤੇ ਲੈ ਲਿਆ, ਕਿਤੇ ਲੰਮਾ ਹੋਣਾ, ਝੱਟ ਮੱਖੀਆਂ ਤੋਂ ਮੱਛਰਾਂ ਤੋਂ ਉੱਤੇ ਲੈ ਲਿਆ, ਹੈ ਫਿਰ ਸਾਡੇ ਬੰਦੇ ਭੇਜ ਕੇ ਵੀ ਬਹੁਤਾ ਤਾ ਲੱਗਿਆ ਹੋਵੇ ਤਾਂ ਵੀ ਸਿਰ 'ਤੇ ਰੱਖ ਲੈਂਦੇ ਹੈ। ਹਾਂਜੀ, ਤੇ ਇਹ ਤਾਂ ਬਥੇਰੇ, ਇਹਦਾ ਤਾਂ ਮੈਂ ਤੁਹਾਨੂੰ ਦੱਸਿਆ ਨਹੀਂ ਵੀ ਬੰਦੇ ਜਿੰਨਾ ਸਾਥ ਹੈ ਇਹਦਾ। ਤੇ ਨਹੀਂ ਵੀ ਸਾਡੀ ਪਛਾਣ ਵੀ ਹੈ, ਸਾਡਾ ਨਿਸ਼ਾਨ ਵੀ ਹੈ ਕਿਸਾਨਾਂ ਦਾ। ਇਹ ਤਾਂ ਹੈ ਜੀ। ਆਪਣੀ ਜ਼ਿੰਦਗੀ 'ਤੇ ਸੋਸ਼ਲ ਮੀਡੀਆ ਦਾ ਕੀ ਅਸਰ ਪਿਆ? ਨਹੀਂ, ਸ਼ਾਇਦ ਤਾਂ ਬੜੀ ਫਾਇਦੇ ਵਾਲੀ ਹੈ, ਪਰ ਜੇ ਹੁਣ ਅਸੀਂ ਫਾਇਦਾ ਲਈਏ ਹੀ ਨਾ ਤੇ ਫਿਰ ਇਹਦਾ ਕੀ ਕਸੂਰ ਹੈ? ਇਹ ਵੀ ਹੈ। ਹੁਣ ਹਰ ਧੀ ਪੁੱਤਰ ਦੇ ਹੱਥ 'ਚ ਹੈ, ਤੇ ਜੇ ਉਹ ਜਦੋਂ ਕੋਈ ਲੋੜ ਪਵੇ, ਕੋਈ ਪੋਸਟਾਂ ਕਰਨ, ਕੋਈ ਕਿਸਾਨ ਦੀ, ਜਿੱਦਾਂ ਹੁਣ ਖਾਦ ਇਹਨਾਂ ਨੇ ਸਾਨੂੰ ਬਲੈਕ 'ਚ ਦਿੱਤੀ, ਦੁੱਗਣੀ ਦਿੱਤੀ, ਹਾਂਜੀ, ਫਿਰ ਫਸਲਾਂ ਦੇ ਰੇਟ ਡਿੱਗੇ, ਕੀ ਕੁਛ ਹੋਇਆ ਸਾਡੇ ਨਾਲ। ਤੇ ਉਸ ਟਾਈਮ ਵਿੱਚ ਲਾਉਂਦੇ ਪੋਸਟਾਂ, ਬੋਲਦੇ, ਕੋਈ ਗੱਲ ਕਰਦੇ, ਤੇ ਇਹਦਾ ਫਿਰ ਫਾਇਦਾ ਥੋੜ੍ਹਾ ਸੀ। ਇਹ ਤਾਂ ਹੈ। ਤੇ ਜਦੋਂ ਹੁੰਦੀ ਆ ਕਿਤੇ ਇਲੈਕਸ਼ਨਾਂ ਦੀ ਗੱਲ ਜਾਂ ਪਾਰਟੀ ਬਾਜ਼ੀਆਂ ਦੀ, ਫਿਰ ਇੱਕ ਦੂਜੇ ਦੇ ਸਿਰ ਪਾੜਦੇ ਆ, ਗਲ ਪੈਂਦੇ ਆ, ਫਿਰ ਬੜੀਆਂ ਤਸਵੀਰਾਂ, ਪੋਸਟਾਂ, ਗੱਡੀਆਂ ਅੱਗੇ ਨੱਚਦੇ ਫਿਰਦੇ, ਪਰ ਆਪਣੇ ਹੱਕ ਵਾਸਤੇ ਕੋਈ ਨਹੀਂ ਬੋਲਦਾ। ਤੇ ਫਿਰ ਇਹਦਾ ਫਿਰ ਕੀ ਫਾਇਦਾ? ਫਾਇਦਾ ਤਾਂ ਫਿਰ ਹੀ ਆ ਜੇ ਫਾਇਦਾ ਲਈਏ ਇਹਦੇ ਤੋਂ। ਤੇ ਆਪਾਂ ਇਹਦੇ ਤੋਂ ਅੱਜ ਤੱਕ ਲੋਕਾਂ ਤੱਕ ਕਿੰਨੀ ਕੁ ਆਪਣੀ ਆਵਾਜ਼ ਪਹੁੰਚਾਈ, ਆਪਣਾ ਕਿੰਨਾ ਕੁ ਹੱਕ ਅਦਾ ਕੀਤਾ ਆਪਾਂ? ਨਹੀਂ ਜੀ, ਆਪਾਂ ਤਾਂ ਆਟੇ 'ਚ ਨੂਣ ਵੀ ਨਹੀਂ ਹੈਗੇ। ਹਾਂ, ਮੈਂ ਤਾਂ ਉਦਣ ਸਮਝੂੰਗਾ ਜਿੱਦਣ ਸਾਡੇ ਕਿਸਾਨਾਂ ਵਾਸਤੇ ਕੋਈ ਬੰਦੋਬਸਤ ਹੋ ਗਿਆ, ਫਿਰ ਕਹੂੰਗਾ ਵੀ ਆਪਾਂ ਅੱਜ ਕਾਮਯਾਬ ਹੋ ਗਏ। ਭਾਈ ਅਸੀਂ ਤੁਹਾਨੂੰ ਦੇਖਦੇ ਹਾਂ YouTube 'ਤੇ, ਤੁਸੀਂ ਕਦੀ ਖਾ ਲਿਆ, ਕਦੀ ਖਾ ਲਿਆ, ਅਤੇ ਕਦੀ ਦੂਸਰਾ ਟਿਊਬਵੈੱਲ 'ਤੇ ਬੈਠੇ ਆ, ਕਦੀ ਉੱਦਾਂ ਬੈਠੇ ਜ਼ਮੀਨ 'ਤੇ
ਵੀਡੀਓ ਵਗੈਰਾ ਬਣਾ ਰਹੇ ਹਾਂ। ਹਾਂ ਇਹ ਉਹ ਗੱਲ ਇੱਕ ਤਾਂ ਕਰਨੀ ਹੁੰਦੀ ਕਿਸਾਨਾਂ ਦੀ ਹਾਂਜੀ ਹੈ, ਤੇ ਉਹ ਫਿਰ ਜੋ ਹੈਗੇ ਆ ਉੱਥੇ ਹੀ ਬਹਿ ਕੇ ਕਰਨੀ ਹੈ। ਹੁਣ ਇੱਕ ਬੰਦਾ ਆ ਕੇ ਮੈਨੂੰ ਕਹਿੰਦਾ ਸਟੂਡੀਓ, ਮੈਂ ਕਿਹਾ ਅੱਧਾ ਮਰੱਬਾ ਸਟੂਡੀਓ ਹੀ ਆ, ਜਿੱਥੇ ਮਰਜ਼ੀ ਬਹਿ ਜਾ ਆ ਜਾ। ਜਿੱਥੇ ਮਰਜ਼ੀ ਬਹਿ ਜਾਓ। ਹਾਂ ਫਿਰ ਕੰਮ ਉਹ ਫਿਰ ਗੱਲ ਉਹ ਕਰਨੀ ਫਿਰ ਉਹਦੇ ਵਿੱਚ ਹੀ, ਤੇ ਜਿਹੜਾ ਬਣਾਵਟੀ ਕੰਮ ਹੁੰਦਾ ਨਾ ਉਹ ਤਾਂ ਫਿਰ ਬਣਾਵਟੀ ਹੁੰਦਾ। ਉਹ ਤਾਂ ਹੈ ਜੀ। ਹਾਂ ਨਾਲੇ ਇਹਨੂੰ ਮੈਂ ਉੱਦਾਂ ਕੀਤਾ ਵੀ ਨਹੀਂ ਹੈ, ਜੇ ਸਹੀ ਪੁੱਛੇ। ਮੈਂ ਤਾਂ ਉਹ ਜਿੱਥੇ ਚੱਲ ਰਿਹਾ ਕੰਮ ਉੱਥੇ ਉੱਦਾਂ ਹੀ ਪੱਠੇ ਵੱਢਣ ਗਿਆ ਤੇ ਉੱਧਰ ਨੂੰ ਗੇੜਾ ਮਾਰਨ ਗਿਆ, ਉੱਥੇ ਬਹਿ ਗਏ ਤੇ ਬਣਾ ਲਈਏ। ਬਣਾ ਲਈ ਹਾਂਜੀ। ਹਾਂ ਤੇ ਇਦਾਂ ਹੁਣ ਜੇ ਪੈ ਜਾਈਏ ਨਾ ਇੰਨੀ ਬਰੀਕੀ 'ਚ, ਮੈਂ ਇੱਕ ਵੀ ਨਾ ਬਣਾ ਸਕਾਂ ਫਿਰ। ਗੱਲਾਂ ਕਰਦੇ ਆ ਕਿ ਸਿਆਣਿਆਂ ਦੀ ਇੰਨੀਆਂ ਮਿਸਾਲਾਂ, ਸਿਆਣਿਆਂ ਦੀ ਇੰਨੀਆਂ ਮਿਸਾਲਾਂ, ਇਹ ਤੁਹਾਨੂੰ ਇੰਨੀਆਂ ਗੱਲਾਂ ਤੁਸੀਂ ਕਿਸੇ ਕੋਲ ਸੁਣੀਆਂ ਹੋਈਆਂ ਆਪਣੇ ਸਿਆਣਿਆਂ ਕੋ, ਜਾਂ ਤੁਹਾਨੂੰ ਹਲੇ ਤੱਕ ਤੁਹਾਨੂੰ ਯਾਦ ਆ ਇਹ ਗੱਲਾਂ ਸਾਰੀਆਂ? ਨਹੀਂ ਉੱਥੇ ਹਲੇ ਵੀ ਤੁਰੀਆਂ ਫਿਰਦੀਆਂ ਗੱਲਾਂ ਬੰਦੇ ਕਰਦੇ ਹੀ ਆ, ਉੱਥੇ ਬੰਦੇ ਕਿਹੜਾ ਬੋਲਦੇ ਨਹੀਂ ਹੈਗੇ। ਇਹ ਆ ਕਿ ਹੁਣ ਲੋਕ ਸਿਆਣਿਆਂ ਕੋ ਨਹੀਂ ਨਾ ਬਹਿੰਦੇ। ਨਹੀਂ ਪਿੰਡਾਂ ਦੇ ਵਿੱਚ ਸੱਥ ਲੱਗਦੀ ਆ ਸਾਡੇ ਤਾਂ, ਉੱਥੇ ਬੜੀ ਉੱਥੇ ਮਹਿਫਲਾਂ ਹੁੰਦੀਆਂ, ਬੰਦਾ ਗੱਲਾਂ ਸੁਣਾਉਂਦੇ, ਤੇ ਹੁਣ ਮੇਰੇ ਕੋ ਆਇਆ ਗਿਆ ਰਹਿੰਦਾ ਕੋਈ ਨਾ ਕੋਈ, ਕੋਈ ਨਾ ਤੇ ਉਹ ਕੋਈ ਨਾ ਕੋਈ ਨਵੀਂ ਗੱਲ ਵੀ ਮੈਨੂੰ ਲੱਭ ਜਾਂਦੀ ਘਰੇ ਬੈਠੇ ਨੂੰ। ਇਹ ਤਾਂ ਹੈ ਜੀ। ਹਾਂ ਤੇ ਬਾਕੀ ਜਿਹੜੇ ਅਖਾਣ ਆ, ਤੇ ਮੈਂ ਤਾਂ ਜਿਹੜਾ ਬੰਦਾ ਹੁਣ ਦੇਖੋ ਨਾ, ਜਿਹੜੇ ਬੰਦੇ ਕੋਲ ਚਾਰ ਅਖਾਣ ਨਹੀਂ ਹੈਗੇ, ਮੈਂ ਤੁਹਾਨੂੰ ਪੰਜਾਬੀ ਨਹੀਂ ਸਮਝਦਾ। ਪੰਜਾਬੀ ਸਰ ਬਗੈਰ ਅਖਾਣ ਤੋਂ ਗੱਲ ਨਹੀਂ ਸਿਰੇ ਲੱਗਦੀ, ਬਗੈਰ ਅਖਾਣ ਤੋਂ, ਬਗੈਰ ਮਿਸਾਲ ਤੋਂ ਗਾਂ ਸਮਝ ਨਹੀਂ ਆਉਂਦੀ ਕਿਸੇ ਨੂੰ। ਇਸੇ ਦੇ ਨਾਲ ਅਸੀਂ ਕਰਦੇ ਹਾਂ ਇਸ ਪੋਡਕਾਸਟ ਦਾ ਐਂਡ। ਬੜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਅਸੀਂ ਯਾਹੀਆ ਸਾਹਿਬ ਦੇ ਬੜੇ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਸਾਨੂੰ ਆਪਣੇ ਚੈਨਲ ਲਹਿੰਦੇ ਪੰਜਾਬ ਦੇ ਉੱਤੇ ਗੱਲ ਕਰਨ ਦਾ ਮੌਕਾ ਦਿੱਤਾ ਜੀ। ਬਹੁਤ ਚੰਗਾ ਲੱਗਾ ਜੀ। ਲਹਿੰਦੇ ਪੰਜਾਬ ਚੈਨਲ ਨੂੰ ਸਪੋਰਟ ਕਰਿਓ ਜੀ, ਸਬਸਕ੍ਰਾਈਬ ਕਰਿਓ, ਤੇ ਜਿੰਨਾ ਵੀ ਹੋ ਸਕੇ ਇਹਨਾਂ ਦੀ ਸਪੋਰਟ ਜੀ ਇਸ ਲਹਿੰਦੇ ਪੰਜਾਬ ਚੈਨਲ ਦੀ ਕਰਨੀ ਹੈ। ਇਸ ਚੈਨਲ ਦੇ ਉੱਤੇ ਬੜੀ ਸੋਹਣੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ। ਤੇ ਇਸ ਅੱਜ ਦੀ ਜਿਹੜੀ ਪੂਰੀ ਵੀਡੀਓ ਸੀ, ਇਹ ਯਾਹੀਆ ਸਾਹਿਬ ਨੇ ਕਿਹਾ ਵੀ ਸ਼ੁਰੂ ਵੀ ਮੈਂ ਹੀ ਕਰਨੀ ਹੈ, ਵੀ ਮਕਾਣੀ ਵੀ ਮੈਂ ਹੀ ਹੈ। ਉਹ ਜਿੱਦਾਂ ਕਿਸੇ ਮੁੰਡੇ ਦਾ ਨਾ ਪਿਓ ਫੌਤ ਹੋਇਆ ਸਵੇਰੇ 4 ਵਜੇ ਹੈ, ਹਾਂਜੀ ਤੇ ਉਹਨੇ ਤੜਕੇ ਆਪਣਾ ਫੋਨ ਫਾਨ ਕੀਤੇ ਰਿਸ਼ਤੇਦਾਰਾਂ ਨੂੰ, ਹੈ ਨਾਲ ਉਹਨੇ ਨਾਈ ਨੂੰ ਵੀ ਸੱਦਿਆ, ਤੇ ਉਹਨੇ ਕਿਹਾ ਵੀ ਪਕਾ ਵੀ ਦੇਖ ਦੂ। ਤੇ ਉਹ ਜਿਸ ਟਾਈਮ ਉਹ ਜਨਾਜ਼ਾ ਨੂੰ ਆਪੜੀ ਗਿਆ ਵਿਹਲੇ ਹੋਏ ਨਾ, ਤੇ ਪ੍ਰਾਹੁਣੇ ਨੂੰ ਰੋਟੀ ਦਿੱਤੀ, ਤੇ ਉਹ ਪਕਾਏ ਹੋਏ ਸੀ ਚੌਲਾਂ 'ਚ ਛੋਲੇ, ਤੇ ਉਹ ਪ੍ਰਾਹੁਣੇ ਕਹਿੰਦੇ ਵੀ ਬੜਾ ਵਧੀਆ ਪਕਾਇਆ ਵੀ ਇਹਨੇ, ਹੈ ਦੇਖ ਬੜੀ ਵਧੀਆ ਪਕਾਈ। ਤੇ ਉਹ ਨਾਈ ਚੌੜਾ ਹੋ ਗਿਆ, ਤੇ ਉਹ ਚੌੜਾ ਹੋ ਕੇ ਕਹਿੰਦਾ ਲੈ ਹਜੇ ਤਾਂ ਕਹਿੰਦਾ ਕਿਤੇ ਛੋਲੇ ਰਾਤੀ ਭਿਓ ਦਿੰਦੇ ਨੇ, ਤੇ ਮੈਂ ਇਸ ਤੋਂ ਵੀ ਕੰਮ ਤਕੜਾ ਕਰ ਦੇਣਾ ਸੀਗਾ। ਤੇ ਉਹਨਾਂ ਨੇ ਫੜ ਲਿਆ ਨਾਈ ਨੂੰ, ਕਹਿੰਦਾ ਵੀ ਖਸਮਾ, ਅੱਬਾ ਸਵੇਰੇ 4 ਵਜੇ ਮਰਿਆ ਤੇ ਛੋਲੇ ਅਸੀਂ ਰਾਤੀ ਭਿਓ ਦਿੰਦੇ।